ਤੇ ਮੈਂ ਅੱਜ ਇਸੇ ਮੰਚ ਤੋਂ ਇਹ ਵਾਅਦਾ ਜ਼ਰੂਰ ਕਰਦਾ ਆ ਉਹਨਾਂ ਵਾਸਤੇ ਜਿਹੜੇ ਕਹਿੰਦੇ ਸੀ ਨਾ ਮਰਿਆਦਾ ਇੱਕ ਹੋਵੇ ਤੇ ਨਾ ਤੁਸੀਂ ਅੰਮ੍ਰਿਤ ਛਕੋ। ਅੱਜ ਮੈਂ ਇੱਕ ਹੋਰ ਵਾਅਦਾ ਇਸੇ ਮੰਚ ਤੋਂ ਕਰਕੇ ਜਾਣਾ ਹੈ, ਮਰਿਆਦਾ ਇੱਕ ਹੋਵੇ ਨਾ ਹੋਵੇ। ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਕਾਰਜਕਾਰੀ ਜਥੇਦਾਰ ਹੁਣ ਆਏ ਨੇ ਉਹ ਕੌਮ ਨੂੰ ਇੱਕ ਨਵੀਂ ਸਵੇਰ ਦੇ ਰਹੇ ਨੇ, ਹਿੱਕ ਠੋਕ ਕੇ ਸਾਰੇ ਫੈਸਲੇ ਕਰਦੇ ਨੇ। ਤੇ ਜੇਕਰ ਉਹਨਾਂ 'ਚ ਵਾਕਈ ਹੀ ਹਿੰਮਤ ਹੈ ਉਹਦਾ ਦੀ ਹਿੱਕ ਠੋਕ ਕੇ ਫੈਸਲੇ ਲੈਣ ਦੀ, ਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਜਿਨ੍ਹਾਂ ਨੇ ਸਰੂਪ ਗਾਇਬ ਕੀਤੇ ਨੇ, ਵੇਚੇ ਨੇ, ਜੇ ਉਹ ਜਥੇਦਾਰ ਸਾਹਿਬ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਵਾਂਗੂ ਕੋੜੇ ਲਾਉਣ ਦੀ ਸਜ਼ਾ ਦੇ ਸਕਦੇ ਨੇ, ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਖੜਾ ਕਰ ਸਕਦੇ ਨੇ ਕਿ ਇਹਨਾਂ ਦੀ ਗਲਤੀ ਹੈ, ਮੈਂ ਆਪ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਵਾਂਗਾ। ਅੱਜ ਮੈਂ ਵਾਅਦਾ ਕਰਦਾ ਬੱਚਾ ਇੱਥੇ ਜਿਹੜਾ ਉਹ ਚੈਨਲ ਵਾਲਾ ਬੋਲ ਰਿਹਾ ਸੀ, ਇੱਧਰ ਆਓ ਮੇਰੇ ਕੋਲ, ਮੇਰੇ ਬੱਚਿਆ ਇੱਥੇ ਤੁਸੀਂ ਗੱਲਾਂ ਕੀਤੀਆਂ, ਮੈਨੂੰ ਤੇਰੇ ਉੱਤੇ ਮਾਣ ਤੇਰੀ ਨੇਕ ਨੀਤੀ ਤੇ, ਪਰ ਮੈਨੂੰ ਹਿਰਖ ਵੀ ਹੈ। ਇੱਕ ਗੱਲ ਯਾਦ ਰੱਖ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਤੁਹਾਨੂੰ ਕਹਿ ਰਿਹਾ, ਮਾਲਕ ਦੇ ਦਰ ਦਾ ਚੌਰ ਬਰਦਾਰ ਹੋਣ ਦੇ ਨਾਤੇ, ਓਏ ਪੁੱਤਰਾ ਗੁਰੂ ਦੇ ਨਾਲ ਪਿਆਰ ਦੀਆਂ ਖੇਡਾਂ ਸ਼ਰਤਾਂ ਨਾਲ ਨਹੀਂ ਖੇਡੀਆਂ ਜਾਂਦੀਆਂ ਹੁੰਦੀਆਂ। ਤੁਸੀਂ ਸ਼ਰਤਾਂ ਲਾ ਕੇ ਕਹਿੰਦੇ ਹੋ ਮੈਂ ਅੰਮ੍ਰਿਤ ਛਕਾਂਗਾ, ਫਲਾਣਾ ਇਹ ਕਰੇਗਾ ਤਾਂ ਮੈਂ ਅੰਮ੍ਰਿਤ ਛਕੇਗਾ, ਫਲਾਣਾ ਜੇ ਉਹ ਕਰੇਗਾ ਫਲਾਣਾ ਤਾਂ ਬਹੁਤ ਮਿਲ ਜਾਣਗੇ ਤੁਹਾਨੂੰ। ਅੱਜ ਵੀ ਕੌਮ ਦੇ ਅੰਦਰ ਇਹ ਕਲਗੀਆਂ ਵਾਲੇ ਬਾਦਸ਼ਾਹ ਹਜ਼ੂਰ ਦਾ ਸਰਬੰਸ ਸਦਾਨੀ ਦਾ ਪੰਥ ਹੈ। ਇੰਨਾ ਗਰੀਬ ਨਹੀਂ ਹੋਇਆ ਅਜੇ ਇਹ ਕਿ ਤੁਹਾਨੂੰ ਇਹਦੇ ਵਿੱਚੋਂ ਗੁਰਮੁਖ ਨਾ ਲੱਭ ਸਕਣ, ਨਾਮ ਰਸੀਏ ਨਾ ਲੱਭ ਸਕਣ, ਗੁਰੂ ਗ੍ਰੰਥ ਸਾਹਿਬ ਦੇ ਲਈ ਆਪਣਾ ਤਨ ਮਨ ਕੁਰਬਾਨ ਕਰਨ ਵਾਲੇ ਨਾ ਲੱਭ ਸਕਣ। ਇੰਨਾ ਗਰੀਬ ਨਹੀਂ ਹੋਇਆ ਇਹ ਪੰਥ ਅਜੇ। ਬਸ ਉੱਥੇ ਦੂਜਿਆਂ ਵੱਲ ਮਤ ਦੇਖੋ ਨਾ, ਉਹ ਵੱਖਰਾ ਪੱਖ ਹੈ, ਉਹ ਵੱਖਰਾ ਨਾ। ਆਹ ਗੱਲ ਜਿਹੜੀ ਹੈ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਜੀ, ਪਹਿਲਾਂ ਫਤਿਹ ਦੀ ਸਾਂਝ ਪਾਣਾ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 73ਵੀਂ ਅਗਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵਰ੍ਹੇਗੰਢ ਦੀ ਗੱਲ ਕੀਤੀ ਜਾਵੇ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਜੀ ਨੇ, ਜਾਂ ਕਹਿ ਸਕਦੇ ਹਾਂ ਕਿ ਇਸ ਫੈਡਰੇਸ਼ਨ ਨੇ ਕੀ ਬਦਲਾਵ ਲੈ ਕੇ ਆਂਦਾ। ਕਿਉਂਕਿ ਬਹੁਤ ਪੰਥਕ ਸ਼ਖਸੀਅਤਾਂ ਸਾਹਮਣੇ ਬੈਠੀਆਂ ਨੇ, ਦਾਦੂਵਾਲ ਸਾਹਿਬ ਬੈਠੇ ਹੋਏ ਨੇ, ਮਹਿੰਦਰਪਾਲ ਜੀ ਬੈਠੇ ਹੋਏ ਨੇ, ਜਿਨ੍ਹਾਂ ਨੇ ਮੈਨੂੰ ਉਸ ਰੂਪ ਦੇ ਵਿੱਚ ਵੀ ਦੇਖਿਆ ਜਦੋਂ ਮੈਂ ਚੈਨਲਸ ਦੇ ਉੱਤੇ ਇੰਟਰਵਿਊਜ਼ ਕਰਦਾ ਸੀਗਾ ਤੇ ਮੈਂ ਕਲੀਨ ਸ਼ੇਵ ਹੁੰਦਾ ਸੀ। ਤੇ ਇੱਕ ਬਜ਼ੁਰਗ ਨੇ ਮੈਨੂੰ ਫੋਨ ਕਰਕੇ ਜਰਮਨ ਤੋਂ ਇੱਕ ਵਾਰ ਕਿਹਾ ਵੀ ਸੀਗਾ ਕਿ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਆਈ ਥਿੰਕ 73ਵੀਂ ਜਦੋਂ ਵਰ੍ਹੇਗੰਢ ਸੀ ਉਦੋਂ ਦੀ ਹੀ ਗੱਲ ਹੈ, ਕਿ ਪੁੱਤ ਮੇਰੀ ਇੱਕ ਆਖਰੀ ਖੁਆਇਸ਼ ਹੈ, 80 ਸਾਲ ਪਲੱਸ ਹੋਣ ਦੀ ਉਮਰ ਸੀ, ਕਿ ਮੈਂ ਦੇਖਣਾ ਚਾਹੁੰਦੀ ਹਾਂ ਜੇ ਤੇਰੇ ਸਿਰ ਤੇ ਦਸਤਾਰ ਹੋਵੇ ਤੇ ਤੇਰੇ ਮੂੰਹ ਤੇ ਦਾੜਾ ਹੋਵੇ ਤਾਂ ਕਿੱਦਾਂ ਦਾ ਲੱਗੇ। ਹੁਣ ਉਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਗੱਲ ਆਖੀ ਸੀ ਜੋ ਬਹੁਤ ਸਾਰੇ ਲੋਕਾਂ ਨੇ ਮਜ਼ਾਕ ਦੇ ਵਿੱਚ ਲਿੱਤੀ ਸੀ, ਕਿ ਉਹ ਮੈਨੂੰ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਹਰ ਸ਼ੋਅ ਦੇ ਵਿੱਚ ਕਹਿੰਦੇ ਸੀ ਕਿ ਤੁਸੀਂ ਸੈਣੀ ਸਾਹਿਬ ਸਿੱਖੀ ਦੀਆਂ ਬਹੁਤ ਵੱਡੀਆਂ ਗੱਲਾਂ ਕਰਦੇ ਹੋ, ਸਿੱਖੀ ਦੀਆਂ ਬਹੁਤ ਗੱਲਾਂ ਕਰਦੇ ਹੋ, ਨੌਜਵਾਨੀ ਨੂੰ ਬੜੀ ਸੇਧ ਦਿੰਦੇ ਹੋ, ਤੁਸੀਂ ਆਪ ਦਾ ਅੰਮ੍ਰਿਤ ਨਹੀਂ ਛਕਿਆ, ਤੁਸੀਂ ਆਪ ਦਾ ਕੇਸ ਨਹੀਂ ਰੱਖੇ, ਤੁਸੀਂ ਆਪ ਦਾ ਦਸਤਾਰ ਨਹੀਂ ਸਜਾਉਂਦੇ। ਤਾਂ ਮੈਂ ਉਹਨਾਂ ਨੂੰ ਇੱਕ ਗੱਲ ਆਖੀ ਸੀ, ਤੇ ਜੋ ਮੈਂ ਦਿਲੋਂ ਆਖੀ ਸੀ, ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਨੂੰ ਗ੍ਰੰਥਾਂ ਦਾ ਪੰਥਾਂ ਦਾ ਇੰਨਾ ਉਦੋਂ ਗਿਆਨ ਨਹੀਂ ਸੀ, ਨਾ ਮੈਂ ਇੰਨੀ ਸਟੱਡੀ ਉਹ ਨਹੀਂ ਕੀਤੀ ਹੋਈ ਸੀ। ਬੇਸ਼ੱਕ ਮੈਂ ਰਿਲੀਜਨ ਦੇ ਨਾਲ ਆਪਣੀ ਗ੍ਰੈਜੂਏਸ਼ਨ ਕੀਤੀ ਸੀ, ਬਟ ਇੰਨਾ ਡੀਪ ਨਹੀਂ ਸੀ ਗਿਆ। ਮੈਂ ਹਮੇਸ਼ਾ ਬਾਲੀਵੁੱਡ ਦੇ ਨਾਲ ਜੁੜਿਆ ਰਿਹਾ, ਐਂਟਰਟੇਨਮੈਂਟ ਦੇ ਨਾਲ ਜੁੜਿਆ ਰਿਹਾ ਸੀ ਬਹੁਤ ਲੰਬੇ ਸਮੇਂ ਤੱਕ। ਉਸ ਵੇਲੇ ਮੈਂ ਇੱਕ ਗੱਲ ਕਹੀ ਸੀ ਜਿੰਨਾ ਕਿ ਉਦੋਂ ਮੈਨੂੰ ਸੋਚੀ ਸੀ, ਮੈਂ ਕਿਹਾ ਮੈਂ ਉਸ ਦਿਨ ਅੰਮ੍ਰਿਤ ਦੀ ਦਾਤ ਜ਼ਰੂਰ ਲਊਂਗਾ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਸ਼੍ਰੀ ਹਜ਼ੂਰ ਸਾਹਿਬ ਤੱਕ ਦੀ ਮਰਿਆਦਾ ਇੱਕ ਹੋ ਜਾਵੇ। ਜਦੋਂ ਇਹ ਗੱਲ ਬੋਲ ਕੇ ਮੈਂ ਮੰਚ ਤੋਂ ਨੀਚੇ ਉਤਰਿਆ ਤੇ ਉਸ ਤੋਂ ਬਾਅਦ ਬੜੇ ਲੋਕਾਂ ਦੇ ਮੈਨੂੰ ਫੋਨ ਆਏ, ਬੜੇ ਲੋਕਾਂ ਨੇ ਮੈਨੂੰ ਟੀਜ਼ ਕੀਤਾ। ਇੱਕ ਤਾਂ ਹੁੰਦਾ ਸਮਝਾਉਣਾ, ਇੱਕ ਹੁੰਦਾ ਤਾਨਾ ਮਾਰਨਾ, ਸੈਣੀ ਸਾਹਿਬ ਕਿਆ ਨਿਸ਼ਾਨਾ ਮਾਰਿਆ, ਕਿਆ ਤੀਰ ਮਾਰਿਆ, ਨਾ ਕਹਿੰਦੇ ਮਰਿਆਦਾ ਇੱਕ ਹੋਵੇ ਤੇ ਨਾ ਤੁਸੀਂ ਅੰਮ੍ਰਿਤ ਛਕੋ। ਮੈਨੂੰ ਇੰਨਾ ਦੁੱਖ ਲੱਗਿਆ ਕਿ ਸਾਡੀਆਂ ਆਪਣੀਆਂ ਪੰਥਕ ਸ਼ਖਸੀਅਤਾਂ, ਜਥੇਦਾਰ ਕਹਾਣ ਵਾਲੇ, ਪ੍ਰਧਾਨ ਕਹਾਣ ਵਾਲੇ, ਜਿਨ੍ਹਾਂ ਉੱਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬੈਠੇ ਹੋਏ ਸੀ, ਬਹੁਤ ਸਾਰੀਆਂ ਐਕਟਿਵ ਜਥੇਦਾਰ ਸਾਹਿਬ ਬੈਠੇ ਹੋਏ ਸੀ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਪੰਥ ਨੂੰ ਇੱਕ ਨਵੀਂ ਉਮੀਦ ਆਉਣੀ ਸ਼ੁਰੂ ਹੋਈ ਹੈ। ਕਿਉਂਕਿ ਬਹੁਤ ਤੁਸੀਂ ਸਭ ਜਾਣਦੇ ਹੋ ਬਹੁਤ ਲੰਬਾ ਸਮਾਂ ਅਜਿਹਾ ਰਿਹਾ ਹੈ ਕਿ ਹਰ ਕਿਸੇ ਨੂੰ ਲੱਗਦਾ ਸੀ ਕਿ ਜੋ ਵੀ ਉੱਚ ਅਹੁਦਿਆਂ ਤੇ ਬੈਠੇ ਹੈ, ਜਿੰਨੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਹੱਥ ਠੋਕ ਕੇ ਬੈਠੇ ਨੇ। ਗਿਆਨੀ ਗੁਰਬਚਨ ਸਿੰਘ ਨੇ ਜੋ ਫੈਸਲੇ ਲਿੱਤੇ, ਸੌਦਾ ਸਾਹਿਬ ਨੂੰ ਮਾਫ ਕੀਤਾ, ਉਸ ਤੋਂ ਬਾਅਦ ਜਿੱਦਾਂ ਉਹਨਾਂ ਨੂੰ ਤਲਬ ਕੀਤਾ ਗਿਆ, 5 ਪਿਆਰਿਆਂ ਨੂੰ ਜਿੱਦਾਂ ਬਰਖਾਸਤ ਕੀਤਾ ਗਿਆ, ਉਹ ਸਾਰੀਆਂ ਚੀਜ਼ਾਂ ਸੰਗਤ ਦੇ ਸਾਹਮਣੇ ਨੇ।
ਅੱਜ ਤੱਕ ਤੁਸੀਂ ਇਤਿਹਾਸ ਚੱਕ ਕੇ ਦੇਖ ਦਿਓ ਕਿ ਕੀ ਕਦੇ ਕਲਗੀਧਰ ਨੇ ਪੰਜ ਪਿਆਰਿਆਂ ਦਾ ਕਿਹਾ ਮੋੜਿਆ ਸੀ? ਕੀ ਹੁਣ ਜੋ ਉੱਚ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੈ ਨੇ ਕਿ ਉਹ ਕਲਗੀਧਰ ਤੋਂ ਉੱਤੇ ਹੋ ਗਏ ਨੇ? ਕਿ ਉਹ ਆਪਣੇ ਨਿਯਮ ਸਾਡੇ ਉੱਤੇ ਥੋਪਣਗੇ? ਜੇਕਰ ਇਹ ਚੀਜ਼ਾਂ ਤੁਹਾਨੂੰ ਮਨਜ਼ੂਰ ਲੱਗਦੀਆਂ ਨੇ ਫਿਰ ਤੁਸੀਂ ਕਹੋ ਜਥੇਦਾਰ ਸਾਹਿਬ ਬਹੁਤ ਚੰਗੇ ਨੇ, ਪ੍ਰਧਾਨ ਬਹੁਤ ਚੰਗੇ ਨੇ। ਪਰ ਹਾਂ, ਅਗਰ ਤੁਹਾਡੀ ਆਤਮਾ ਕਹਿੰਦੀ ਹੈ ਕਿ 328 ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਏ ਕਿੱਥੇ, 450 ਸਰੂਪ ਆਖਿਰ ਕਿੱਦਾਂ ਬੱਸ 'ਚ ਪਿਆ ਵਿਦੇਸ਼ ਦੇ ਵਿੱਚ ਗਲ ਗਿਆ, ਇਹ ਸਵਾਲਾਂ ਦੇ ਜਵਾਬ ਅਗਰ ਕੋਈ ਹਿੱਕ ਠੋਕ ਕੇ ਦਿੰਦਾ ਹੈ ਤੇ ਜ਼ਿੰਮੇਵਾਰੀ ਉਹਦੀ ਲੈਂਦਾ ਹੈ ਕਿ ਹਾਂ ਅਸੀਂ ਜ਼ਿੰਮੇਵਾਰ ਹਾਂ ਬੇਅਦਬੀਆਂ ਦੇ। ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੌਦਾ ਕੀਤਾ, ਆਪਣੇ ਇਸ਼ਟ ਦਾ ਸੌਦਾ ਕੀਤਾ, ਇੰਨੇ ਕਮਾਏ ਨੇ ਕਿਉਂਕਿ ਅਸੀਂ ਨੌਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਖੜੇ ਹਾਂ, ਗੁਰੂ ਹਜ਼ੂਰੀ ਵਿੱਚ ਬੈਠੇ ਹਾਂ। ਅਗਰ ਸਾਰਾ ਦਿਨ ਗੁਰੂ ਹਜ਼ੂਰੀ ਵਿੱਚ ਰਹਿਣ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ, ਕਿਉਂਕਿ ਤਖਤ ਨੂੰ ਫਰਕ ਨਹੀਂ ਪੈਣਾ, ਤਖਤ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਰਹਿਣਾ ਹੈ, ਜੋ ਉੱਥੇ ਵਿਰਾਜਮਾਨ ਹੋਣਗੇ ਉਹ ਆਉਂਦੇ ਰਹਿਣੇ ਨੇ, ਜਾਂਦੇ ਰਹਿਣੇ ਨੇ। ਤੇ ਮੈਂ ਅੱਜ ਇਸੇ ਮੰਚ ਤੋਂ ਇਹ ਵਾਅਦਾ ਜ਼ਰੂਰ ਕਰਦਾ ਹਾਂ ਉਹਨਾਂ ਵਾਸਤੇ ਜਿਹੜੇ ਕਹਿੰਦੇ ਸੀ ਨਾ ਮਰਿਆਦਾ ਇੱਕ ਹੋਵੇ ਤੇ ਨਾ ਤੁਸੀਂ ਅੰਮ੍ਰਿਤ ਛਕੋ। ਅੱਜ ਮੈਂ ਇੱਕ ਹੋਰ ਵਾਅਦਾ ਇਸੇ ਮੰਚ ਤੋਂ ਕਰਕੇ ਜਾਣਾ ਹੈ, ਮਰਿਆਦਾ ਇੱਕ ਹੋਵੇ ਨਾ ਹੋਵੇ। ਪਰ ਅੱਜ ਜੋ ਇੱਕ ਫੀਲਿੰਗ ਨਵੀਂ ਆਉਣ ਲੱਗੀ ਹੈ, ਇੱਕ ਨਵਾਂ ਕਹਿੰਦੇ ਕਿ ਚਾਨਣ ਕੌਮ ਨੂੰ ਦਿਸਣ ਲੱਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਕਾਰਜਕਾਰੀ ਜਥੇਦਾਰ ਹੁਣ ਆਏ ਨੇ ਉਹ ਕੌਮ ਨੂੰ ਇੱਕ ਨਵੀਂ ਸਵੇਰ ਦੇ ਰਹੇ ਨੇ, ਹਿੱਕ ਠੋਕ ਕੇ ਸਾਰੇ ਫੈਸਲੇ ਕਰਦੇ ਨੇ। ਤੇ ਜੇਕਰ ਉਹਨਾਂ 'ਚ ਵਾਕਈ ਹੀ ਹਿੰਮਤ ਹੈ ਉਹਦਾ ਦੀ ਹਿੱਕ ਠੋਕ ਕੇ ਫੈਸਲੇ ਲੈਣ ਦੀ, ਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਜਿਨ੍ਹਾਂ ਨੇ ਸਰੂਪ ਗਾਇਬ ਕੀਤੇ ਨੇ, ਵੇਚੇ ਨੇ, ਜੇ ਉਹ ਜਥੇਦਾਰ ਸਾਹਿਬ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਵਾਂਗੂ ਕੋੜੇ ਲਾਉਣ ਦੀ ਸਜ਼ਾ ਦੇ ਸਕਦੇ ਨੇ, ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਖੜਾ ਕਰ ਸਕਦੇ ਨੇ ਕਿ ਇਹਨਾਂ ਦੀ ਗਲਤੀ ਹੈ, ਮੈਂ ਆਪ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਵਾਂਗਾ। ਅੱਜ ਮੈਂ ਵਾਅਦਾ ਕਰਦਾ। ਇਸੇ ਦੇ ਨਾਲ ਪ੍ਰਧਾਨ ਜਗਰੂਪ ਸਿੰਘ ਚੀਮਾ ਜੀ ਦਾ ਤੇ ਕਰਨੈਲ ਸਿੰਘ ਜੀ, ਬਹੁਤ ਕਾਲੀ ਹੋ ਜੀ, ਕੋਈ ਗੱਲ ਨਹੀਂ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵੱਧ ਘੱਟ ਕੁਝ ਬੋਲਿਆ ਗਿਆ ਹੋਵੇ ਹੱਥ ਬੰਨ੍ਹ ਕੇ ਮਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਾਮ ਜਾਗਤ ਜੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ, ਕੌਮ ਦੀ ਚੜ੍ਹਦੀ ਕਲਾ ਦੇ ਵਾਰਸ ਨੌਜਵਾਨ ਗੁਰਸਿੱਖੋ, ਸਤਸੰਗੀਓ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਭਲਿਓ ਫਤਿਹ ਤੇ ਬੁਲਾ ਲਓ, ਫਤਿਹ ਤੇ ਗੁਰੂ ਦੀ ਹੈ। ਸਤਿ ਸ੍ਰੀ ਅਕਾਲ। ਮੈਂ ਜਿੱਥੇ ਅੱਜ ਤੁਹਾਨੂੰ ਮੁਬਾਰਕ ਦੇਣੀ ਹੈ, ਮੇਰਾ ਅਜ਼ੀਜ਼ ਛੋਟਾ ਭਰਾ, ਬੱਚਿਆਂ ਵਰਗਾ ਕਰਨੈਲ ਸਿੰਘ ਵੀਰ ਮੁਹੰਮਦ, ਮੇਰੇ ਸਾਹਮਣੇ ਬੈਠੇ ਹੈ ਸਰਬਜੀਤ ਸਿੰਘ ਸੋਹਲ। ਮੈਨੂੰ ਉਸ ਦਿਨ ਯਾਦ ਹੈ ਅਕਾਲ ਤਖਤ ਸਾਹਿਬ ਦੀ ਚੌਰਬਰਦਾਰੀ ਦੀ ਸੇਵਾ ਨਿਭਾਉਂਦਿਆਂ ਜਦੋਂ ਖੱਖੜੀਆਂ ਹੋਏ ਅਕਾਲੀ ਸੱਜਣ ਮੇਰੇ ਕੋਲ ਆਏ ਸੀਗੇ, ਸਾਨੂੰ ਇਕੱਠੇ ਕਰ ਦਿਓ, ਸਾਡੇ ਅਕਾਲੀ ਦਲਾਂ 'ਚ ਏਕਤਾ ਕਰਾ ਦਿਓ। ਉਦੋਂ ਯੂਥ ਅਕਾਲੀ ਦਲ ਵਾਲੇ ਵੀ ਆਪਣੀਆਂ ਅਰਜ਼ੀਆਂ ਲੈ ਕੇ ਆਏ ਸੀ ਤੇ ਇਹ ਫੈਡਰੇਸ਼ਨ ਵਾਲੇ ਵੀ ਉਸ ਵੇਲੇ 7-8 ਤੇ ਮਿੰਟਲ ਬਣੀਆਂ ਹੋਈਆਂ ਸੀ। ਹਾਂਜੀ। ਜਦੋਂ ਵੀ ਸਾਰੇ ਆਏ ਸੀ ਕਿ ਸਾਡੀ ਵੀ ਏਕਤਾ ਕਰਾ ਦਿਓ, ਤੇ ਉਸ ਵੇਲੇ ਸਾਰੇ ਬਿਠਾਏ ਸੀ ਤੇ ਸਾਰਿਆਂ ਨੇ ਪ੍ਰਣ ਭਰ ਕੇ ਦਿੱਤੇ ਸੀ। ਮੈਨੂੰ ਲਿਖਤੀ ਮੇਰੇ ਕੋਲ ਅੱਜ ਵੀ ਪਏ ਨੇ, ਉਹ ਇਹਨਾਂ ਸਾਰਿਆਂ ਦੇ ਸਾਈਨ ਹੋਏ ਹੋਏ, ਤੇ ਮੈਂ ਉਹਨਾਂ ਨੂੰ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਆਖੀ ਸੀ ਕਿ ਮੇਰੇ ਕੋਲ ਆਏ ਹੋ ਇਕੱਠੇ ਹੋਣ ਵਾਸਤੇ, ਤੁਹਾਨੂੰ ਵੱਖਰੇ ਹੋਣ ਵਾਸਤੇ ਮੈਂ ਤੇ ਆਖਿਆ ਨਹੀਂ ਸੀਗਾ। ਤੁਸੀਂ ਆਪਣੀਆਂ ਨਿੱਕੀਆਂ ਗਰਜ਼ਾਂ ਹਉਮੈ ਕਰਕੇ ਵੱਖਰੇ ਹੋਏ ਧੜਿਆਂ 'ਚ ਵੰਡੇ ਗਏ। ਪਰ ਜੇ ਅੱਜ ਮੈਨੂੰ ਆਖਦੇ ਹੋ ਇਕੱਠੇ ਕਰਾ ਦਿਓ ਸਾਨੂੰ, ਤੇ ਪਹਿਲਾਂ ਮੈਨੂੰ ਲਿਖ ਕੇ ਦਿਓ, ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਮੈਂ ਤੁਹਾਨੂੰ ਝਾੜੂ ਫੜਾ ਦਿਆਂ, ਗੁਟਕੇ ਫੜਾ ਦਿਆਂ, ਮਾਲਾ ਫੜਾ ਦਿਆਂ, ਜਿੱਥੇ ਵੀ ਤੁਹਾਨੂੰ ਫੜਾ ਦਿਆਂ, ਤੁਸੀਂ ਖੜਨ ਵਾਸਤੇ ਵਚਨਬੱਧ ਹੋਵੋਗੇ, ਕਿੰਤੂ ਪਰੰਤੂ ਨਹੀਂ ਕਰੋਗੇ। ਇਹ ਸਾਰੇ ਸੱਜਣ, ਇਹਨਾਂ ਦੀਆਂ ਮੇਰੇ ਕੋਲ ਅਜੇ ਤੱਕ ਸਾਈਨਾਂ ਦੀਆਂ ਹੱਥ ਲਿਖਤਾਂ ਪਈਆਂ ਨੇ, ਦਸਤਖਤਾਂ ਦੀਆਂ। ਤੇ ਉਸ ਵੇਲੇ ਜਦੋਂ ਇਹ ਇਕੱਠੇ ਹੋਏ ਸੀ ਅਕਾਲ ਤਖਤ ਸਾਹਿਬ ਮੇਰੇ ਕੋਲ,
ਉਸ ਵੇਲੇ ਇਹਨੂੰ ਕਰਨੈਲ ਸਿੰਘ ਹੋਰਾਂ ਨੂੰ ਇਹ ਫੈਡਰੇਸ਼ਨ ਦਾ ਮੁੱਖ ਸੇਵਾਦਾਰ ਬਣਾਇਆ ਸੀਗਾ। ਉਹ ਗੱਲ ਵੱਖਰੀ ਹੈ ਕਿ ਕੌਮ ਦੀ ਬਦਕਿਸਮਤੀ ਕਿ ਇਹ ਸਾਰੇ ਫੇਰ ਵੀ ਇਕੱਠੇ ਨਹੀਂ ਰਹਿ ਸਕੇ, ਉਹ ਵੱਖਰੇਵੇਂ ਅੱਜ ਵੀ ਫੇਰ ਦੁਬਾਰਾ ਨਜ਼ਰ ਆ ਰਹੇ। ਸਮਤ ਬਖਸ਼ਣ ਮਹਾਰਾਜ, ਅੱਜ 76ਵਾਂ ਤੁਸੀਂ ਆਪਣਾ ਸਥਾਪਨਾ ਦਿਵਸ ਫੈਡਰੇਸ਼ਨ ਦਾ ਮਨਾ ਰਹੇ ਹੋ। ਜੇ ਮੈਂ ਭੁੱਲਦਾ ਨਹੀਂ ਤਾਂ ਅੰਦਾਜ਼ੇ ਮੁਤਾਬਕ ਤੁਸੀਂ ਤੀਸਰੀ ਪੀੜ੍ਹੀ ਫੈਡਰੇਸ਼ਨ ਦੀ ਚੱਲ ਰਹੀ ਹੋਣੀ ਹੈ ਤੁਹਾਡੀ, ਠੀਕ ਹੈ ਜੀ? ਹਾਂਜੀ ਬਿਲਕੁਲ। ਤੀਜੀ ਪੀੜ੍ਹੀ, ਸਿਆਣੇ ਕਹਿੰਦੇ ਹੁੰਦੇ ਐ ਜ਼ਿੰਦਗੀ ਜਿਹੜੀ ਹੈ ਨਾ ਉਹ ਤਬਦੀਲੀ ਦੀ ਸੂਚਕ ਹੈ। ਜਦੋਂ ਤਬਦੀਲੀ ਮੁੱਕ ਜਾਵੇ ਤੇ ਮੌਤ ਦੀ ਹੋਂਦ ਨਜ਼ਰ ਆਉਂਦੀ ਹੁੰਦੀ ਹੈ। ਜਿੰਨਾ ਚਿਰ ਜ਼ਿੰਦਗੀ ਹੋਵੇ ਤਬਦੀਲੀ ਹੁੰਦੀ ਰਹਿੰਦੀ ਹੈ, ਜ਼ਿੰਦਗੀ ਗਤੀਸ਼ੀਲ ਹੁੰਦੀ ਹੈ, ਤੁਰਦੀ ਹੈ ਅੱਗੇ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਅੱਗੇ ਤੁਰਨ ਦੀ ਗੱਲ ਜਦੋਂ ਸਾਡੇ ਨਾਲ ਕੀਤੀ ਹੈ ਨਾ, ਤਾਂ ਮਹਾਰਾਜ ਨੇ ਇੱਕ ਬਚਨ ਕੀਤਾ, ਅਗਾਹਾਂ ਕੂ ਤਰਾਂਗ ਪਿਛਾਂ ਫੇਰਨਾ ਮੁਖ ਡੜਾ, ਨਾਨਕ ਸਿਜ ਏਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਬਾਰ-ਬਾਰ ਨਹੀਂ ਮੌਕੇ ਜ਼ਿੰਦਗੀ ਦੇ ਵਿੱਚ, ਇਹ ਮਨੁੱਖਾ ਜ਼ਿੰਦਗੀ ਦੇ ਮਿਲਣੇ। ਅੱਗੇ ਨੂੰ ਤੁਰੋ, ਪਿੱਛੇ ਮੁੜ ਕੇ ਨਹੀਂ ਦੇਖਣਾ। ਕੀ ਮਤਲਬ ਇਸ ਗੱਲ ਦਾ ਕਿ ਜੋ ਊਣਤਾਈਆਂ, ਜੋ ਨਾ ਸਮਝੀਆਂ, ਜੋ ਬੇਸੰਜਮਾਪਣ, ਆਪਣੀਆਂ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਥੱਲੇ ਪਿੱਛੇ ਹੋ ਚੁੱਕਿਆ, ਨਾ ਤੇ ਉਹ 'ਤੇ ਪਛਤਾਵਾ ਕਰਨ ਦੀ ਲੋੜ ਹੈ, ਨਾ ਨਿੰਮੋ ਝੂਣੇ ਹੋਣ ਦੀ ਲੋੜ ਹੈ। ਬਸ ਉਹਨਾਂ ਦੀ ਪੜਚੋਲ ਕਰਕੇ, ਉਹਨਾਂ ਊਣਤਾਈਆਂ ਨਾ ਸਮਝੀਆਂ ਦੀ ਚੰਗਿਆਈਆਂ ਨੂੰ ਧਿਆਨ 'ਚ ਰੱਖ ਕੇ ਗੁਰੂ ਦੀ ਮੱਤ ਅਨੁਸਾਰ ਅੱਗੇ ਤੁਰੋ। ਇੱਦਾਂ ਤੁਰੋ ਕਿ ਤੁਹਾਨੂੰ ਆਪਣੇ ਆਪ 'ਤੇ ਵੀ ਮਾਣ ਹੋਣ ਲੱਗੇ, ਤੁਹਾਡੇ ਪਰਿਵਾਰਾਂ ਨੂੰ, ਮਨੁੱਖੀ ਭਾਈਚਾਰੇ ਨੂੰ, ਕੌਮ ਨੂੰ, ਸਮਾਜ ਨੂੰ ਤੁਹਾਡੇ 'ਤੇ ਮਾਣ ਹੋਣ ਲੱਗੇ। ਅੱਜ ਤੁਹਾਡੀ ਤੀਜੀ ਪੀੜ੍ਹੀ ਹੈ। 76 ਸਾਲ ਹੋ ਗਏ। 76 ਸਾਲ ਦੇ ਵਿੱਚ ਬਹੁਤ ਕੁਝ ਸਮਾਜ ਵਿੱਚ ਬਦਲ ਗਿਆ। ਪਰ ਭਰਿਓ, ਮੁਬਾਰਕਾਂ ਤੁਸੀਂ ਇੱਕ ਦੂਜੇ ਨੂੰ ਦੇ ਰਹੀਆਂ। ਮੇਰੇ ਤੋਂ ਪਹਿਲਾਂ ਗੁਰੂ ਸਵਾਰੇ ਬਾਬਾ ਬਲਜੀਤ ਸਿੰਘ ਹੋਰੀ, ਦਾਦੂਵਾਲ ਹੋਰੀ ਵੀ ਤੁਹਾਨੂੰ ਮੁਬਾਰਕਾਂ ਦੇ ਗਏ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਮੁਬਾਰਕਾਂ ਦੇ ਗਏ। ਚਲੋ ਰਸਮੀ ਤੌਰ 'ਤੇ ਮੈਂ ਵੀ ਦੇ ਦਿੰਦਾ, ਪਰ ਮੈਂ ਸਪਸ਼ਟ ਕਹਿ ਰਿਹਾ ਰਸਮੀ ਤੌਰ 'ਤੇ ਦੇ ਰਿਹਾ। ਮੈਂ ਇਸ ਕਰਕੇ ਰਸਮੀ ਤੌਰ 'ਤੇ ਦੇ ਰਿਹਾ ਕਿਉਂਕਿ ਮੇਰਾ ਅਜੇ ਜੀ ਨਹੀਂ ਕਰਦਾ ਉੱਦਾਂ ਮੁਬਾਰਕ ਤੁਹਾਨੂੰ ਦੇਣ ਨੂੰ ਜਿੱਦਾਂ ਅੰਦਰੋਂ ਮੁਬਾਰਕ ਨਿਕਲੇ। ਮੇਰੀਆਂ ਗੱਲਾਂ ਤੁਹਾਨੂੰ ਔਖੀਆਂ ਲੱਗਣੀਆਂ ਨੇ, ਕੌੜੀਆਂ ਲੱਗਣੀਆਂ, ਪਰ ਕਿਉਂਕਿ 45 ਸਾਲ ਹੋ ਗਏ ਅਧਿਆਪਕ ਦੇ ਤੌਰ 'ਤੇ ਵੀ ਵਿਚਰਦੇ ਹਾਂ ਅਤੇ ਗੁਰੂ ਦੀ ਚੌਰ ਬਰਦਾਰੀ ਕਰਦੇ ਹਾਂ। 54 ਸਾਲ ਹੋ ਗਏ, 55 ਜਾ ਰਿਹਾ। ਇਹ ਗੁਰੂ ਦੀ ਚੌਰ ਬਰਦਾਰੀ ਕਰਦੇ ਹਾਂ। ਆਪਣੀ ਪੂਰੀ ਜ਼ਿੰਦਗੀ ਦੇ ਸਮੇਂ ਵਿੱਚੋਂ 55 ਸਾਲ ਮਹਾਰਾਜ ਦੇ ਚੌਰ ਬਰਦਾਰੀ ਅਤੇ 45 ਸਾਲ ਪੜ੍ਹਾਉਂਦੇ ਹਾਂ, ਅਜੇ ਵੀ ਚੱਲ ਰਿਹਾ। ਅਤੇ ਤੁਹਾਡੇ ਵਰਗੇ ਬਹੁਤ ਸਾਰੇ ਵਿਦਿਆਰਥੀ ਅੱਜ ਵੀ MA ਦੇ, ਉਹਨਾਂ ਨੂੰ BA ਦੇ ਮੈਂ ਪੜ੍ਹਾਉਣਾ, ਮਹਾਰਾਜ ਦੀ ਕਿਰਪਾ। ਇਸ ਕਰਕੇ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਹੁਕਮੀ ਲਹਿਜ਼ੇ ਵਿੱਚ ਗੱਲ ਤੇ ਨਹੀਂ ਕਰ ਸਕਦਾ, ਕਿਉਂਕਿ ਗੁਰੂ ਸਾਡੇ ਸਾਰਿਆਂ ਦੇ ਮੁੱਖ ਰਾਹਬਰ ਨੇ। ਪਰ ਮੈਂ ਇੱਕ ਮਾਣ ਨਾਲ ਤੁਹਾਡੇ ਨਾਲ ਇਹ ਹਿਰਖ ਵਾਲੀ ਗੱਲ ਜ਼ਰੂਰ ਕਰਨੀ ਹੈ ਕਿ ਕਿੰਨੇ ਕੁ ਤੁਸੀਂ 76ਵੇਂ ਸਾਲ ਦੇ ਵਿੱਚ ਆਪਣੀ ਪਰਖ ਪੜਚੋਲ ਇੱਦਾਂ ਕੀਤੀ। ਸਰਬਜੀਤ ਸਿੰਘ ਹੋਰਾਂ ਨੇ 4 ਸਫ਼ੇ ਲਿਸਟ ਨਾਵਾਂ ਦੀ, ਜਿਹੜੇ ਇਸ ਫੈਡਰੇਸ਼ਨ ਦੇ ਮੁਖੀ, ਜਿਹੜੇ ਇਸ ਫੈਡਰੇਸ਼ਨ ਨੂੰ ਸੰਸਾਰ ਦੇ ਨਕਸ਼ੇ 'ਤੇ ਲਿਆਉਣ ਵਾਲੇ, ਉਹਨਾਂ ਦਾ ਜ਼ਿਕਰ ਕੀਤਾ ਵੀ ਇਸ ਫੈਡਰੇਸ਼ਨ ਨੇ ਇਹ ਦਿੱਤੇ, ਇਹ ਦਿੱਤੇ, ਇਹ ਵਿਅਕਤੀ ਆਏ, ਇਹ ਵਿਅਕਤੀ ਆਏ। ਹੋ ਗਿਆ। ਇੱਕ ਗੱਲ ਅਰਦਾਸ ਵਿੱਚ ਭਲਿਓ ਰੋਜ਼ ਕਰਦੇ ਹੋ ਤੁਸੀਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਤੇ ਅਖੀਰ ਤੇ ਅਸੀਂ ਇਹ ਕਹਿੰਦੇ ਹਾਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੁਸੀਂ ਜਿੰਨੇ
ਸਰਬਜੀਤ ਸਿੰਘ ਜੀ, ਇਹ ਲਿਸਟ ਵਿੱਚ ਨਾਮ ਦਿੱਤੇ 4 ਸਫ਼ਿਆਂ ਦੇ, ਕਿੰਨਾ ਕੁ ਇਹਨਾਂ ਸਾਰਿਆਂ ਦੀ ਕਮਾਈ ਦਾ ਧਿਆਨ ਧਰਿਆ ਆਪਾਂ ਨੇ, ਜਿਨ੍ਹਾਂ ਨੇ ਕੌਮ ਨੂੰ, ਕੌਮ ਦੀ ਦਸਤਾਰ ਨੂੰ, ਕੌਮ ਦੇ ਮਾਣ ਤਾਣ ਨੂੰ ਜ਼ਿੰਦਗੀ ਦੇ ਹਰ ਕਾਰਜ ਖੇਤਰ ਵਿੱਚ ਯਾਦਗਾਰੀ ਬਣਾਉਣ ਵਾਸਤੇ ਉਹ ਮਾਰ ਕੇ ਮਾਰੇ, ਜਿਹੜੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਕਾਰਜ ਖੇਤਰਾਂ ਵਿੱਚ ਯਾਦ ਕੀਤਾ ਜਾਂਦਾ ਹੈ। ਡਾਕਟਰ ਜਸਵੰਤ ਸਿੰਘ ਨੇਕੀ ਵਰਗੇ, ਡਾਕਟਰ ਸੰਤੋਖ ਸਿੰਘ ਭੋਪਾਲ ਵਰਗੇ, ਡਾਕਟਰ ਹਰਬੰਸ ਲਾਲ ਅੱਜ ਵੀ ਅਮਰੀਕਾ ਦੇ ਸਿੱਖ ਜਗਤ ਵਿੱਚ ਜਾਣੇ ਜਾਂਦੇ। ਬਹੁਤ ਸਾਰੀ ਲੰਬੀ ਲਿਸਟ ਤੁਸੀਂ 4 ਸਫ਼ਿਆਂ ਦੀ ਸੁਣਾਤੀ। ਤੁਹਾਡੇ ਵਿੱਚੋਂ ਕਿੰਨੇ ਜਿਨ੍ਹਾਂ ਨੂੰ ਤੁਹਾਡੀ ਅਗਲੀ ਪੀੜ੍ਹੀ ਨੇ ਯਾਦ ਕਰਨਾ ਹੈ, ਜਿਨ੍ਹਾਂ ਨੇ ਤੁਹਾਡੀ ਕਮਾਈ ਦਾ ਧਿਆਨ ਧਰਨਾ ਹੈ, ਇਹਦੇ ਵਾਸਤੇ ਬੈਠ ਕੇ ਕੌਣ ਸੋਚੇਗਾ? ਇਹਦੇ ਬੈਠ ਕੇ ਕਾਕਾ 2 ਮਿੰਟ ਠਹਿਰ ਜਾਓ ਬੇਟਾ, ਬਹਿ ਜਾਓ, ਨਾ ਕਰਿਆ ਕਰੋ। ਇਹ ਡਿਸਿਪਲਿਨ ਸਿੱਖੋ। ਇਹੀ ਤੇ ਗੱਲਾਂ ਨੇ, ਸਾਡੇ ਕੋਲ ਇਕਾਗਰਤਾ ਨਹੀਂ ਰਹਿੰਦੀ। ਕੁਝ ਘੜੀਆਂ ਬੋਲ ਕੇ ਸਾਰਿਆਂ ਨੇ ਤੁਰ ਜਾਣਾ, ਤੁਸੀਂ ਆਪੋ ਆਪਣੇ ਘਰਾਂ ਨੂੰ ਤੁਰ ਜਾਣਾ। ਮੈਂ ਤੁਹਾਨੂੰ ਗੱਲਾਂ ਕਹਿ ਰਿਹਾ, ਨਹੀਂ ਕਹਿਣੀਆਂ ਤੁਹਾਨੂੰ ਕਿਸੇ ਨੇ। ਇੱਕ ਦੂਜੇ ਨੂੰ ਵਧਾਈਆਂ ਦੇ ਕੇ, ਇੱਕ ਦੂਜੇ ਦਾ ਧੰਨਵਾਦ ਕਰਕੇ, ਇੱਕ ਦੂਜੇ ਦੇ ਫਲਾਣੇ ਨੇ ਇਹ ਕੀਤਾ, ਫਲਾਣੇ ਨੇ ਇਹ ਕੀਤਾ, ਫਲਾਣੇ ਨੇ ਇਹ ਕੀਤਾ। ਤੁਹਾਡੀਆਂ ਪ੍ਰਾਪਤੀਆਂ ਕਿੱਥੇ ਨੇ ਤੁਹਾਡੇ ਹੱਥ ਵਿੱਚ? ਕਿਸੇ ਵੇਲੇ ਕੌਮ ਦੇ ਵੱਡੇ ਲੀਡਰ ਤੁਹਾਡੀ ਫੈਡਰੇਸ਼ਨ ਵੱਲ ਦੇਖਦੇ ਹੁੰਦੇ ਸੀਗੇ ਕਿ ਸਾਡੇ ਵਾਰਸ ਇਸ ਫੈਡਰੇਸ਼ਨ ਚੋਂ ਆਉਣੇ ਨੇ। ਆਪਣੀ ਵਿਰਾਸਤ ਨੂੰ ਸੰਭਾਲਣ ਵਾਲੇ ਵਾਰਸ ਤੁਸੀਂ ਕਿੰਨੇ ਕੁ? ਨੌਜਵਾਨ ਬੱਚਾ ਇੱਥੇ ਜਿਹੜਾ ਉਹ ਚੈਨਲ ਵਾਲਾ ਬੋਲ ਰਿਹਾ ਸੀ, ਇੱਧਰ ਆਓ ਮੇਰੇ ਕੋਲ। ਮੇਰੇ ਬੱਚਿਆ, ਇੱਥੇ ਤੁਸੀਂ ਗੱਲਾਂ ਕੀਤੀਆਂ, ਮੈਨੂੰ ਤੇਰੇ ਉੱਤੇ ਮਾਣ, ਤੇਰੀ ਨੇਕ ਨੀਤੀ ਤੇ, ਪਰ ਮੈਨੂੰ ਹਿਰਖ ਵੀ ਹੈ। ਇੱਕ ਗੱਲ ਯਾਦ ਰੱਖ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਤੁਹਾਨੂੰ ਕਹਿ ਰਿਹਾ, ਮਾਲਕ ਦੇ ਦਰ ਦਾ ਚੌਰ ਬਰਦਾਰ ਹੋਣ ਦੇ ਨਾਤੇ, ਓਏ ਪੁੱਤਰਾ, ਗੁਰੂ ਦੇ ਨਾਲ ਪਿਆਰ ਦੀਆਂ ਖੇਡਾਂ ਸ਼ਰਤਾਂ ਨਾਲ ਨਹੀਂ ਖੇਡੀਆਂ ਜਾਂਦੀਆਂ ਹੁੰਦੀਆਂ। ਤੁਸੀਂ ਸ਼ਰਤਾਂ ਲਾ ਕੇ ਕਹਿੰਦੇ ਹੋ ਮੈਂ ਅੰਮ੍ਰਿਤ ਛਕਾਂਗਾ, ਫਲਾਣਾ ਇਹ ਕਰੇਗਾ ਤਾਂ ਮੈਂ ਅੰਮ੍ਰਿਤ ਛਕੇਗਾ, ਫਲਾਣਾ ਜੇ ਉਹ ਕਰੇਗਾ ਫਲਾਣਾ ਤਾਂ ਉਹ ਫਲਾਣੇ ਨੂੰ। ਕੱਲ੍ਹ ਨੂੰ ਤੇਰੇ ਸਵਾਸ ਅੱਜ ਪੂਰੇ ਹੋ ਜਾਣ, ਹਮ ਆਦਮੀਆਂ ਇੱਕਦਮ ਹੀ, ਤੇ ਫਿਰ ਨਗੋਰਾ ਜਾਣਾ ਇਸ ਸੰਸਾਰ ਤੋਂ। ਤੇਰੀਆਂ ਸ਼ਰਤਾਂ ਕਿੱਥੇ ਰਹਿ ਜਾਣੀਆਂ ਨੇ? ਕਿਸੇ ਨੇ ਚੰਗਾ ਬਣਨਾ ਨਹੀਂ ਬਣਨਾ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂ। ਤੇਰੀ ਕਰਮੀ ਤੇਰੇ ਨਾਲ, ਮੇਰੇ ਕਰਮ ਮੇਰੇ ਨਾਲ। ਅੱਜ ਮੇਰੇ ਸਵਾਸ ਪੂਰੇ ਹੋ ਜਾਣ, ਮੇਰੇ ਕਰਮਾਂ ਦਾ ਲੇਖਾ ਜੋਖਾ ਮੈਂ ਦੇਣਾ। ਮੇਰੇ ਕੋਲੋਂ ਇਹ ਨਹੀਂ ਪੁੱਛਿਆ ਜਾਣਾ ਕਿ ਤੂੰ ਫਲਾਣੇ ਦੇ ਬਾਰੇ ਚਰਚਾ ਕੀਤੀ ਸੀ, ਉਹਦੇ ਬਾਰੇ ਕੀ ਕੀਤੀ ਸੀ, ਉਹਨੂੰ ਕੀ ਮਾੜਾ ਆਖਿਆ ਸੀ, ਚੰਗਾ ਆਖਿਆ ਸੀ। ਮੇਰੇ ਕੋਲੋਂ ਮੇਰੇ ਬਾਰੇ ਪੁੱਛਿਆ ਜਾਣਾ। ਇਹ ਸਮਾਜ ਨੇ ਮੇਰੇ ਕਰਮ ਚੇਤੇ ਰੱਖਣੇ ਹੈ, ਮੇਰੇ ਖਿਆਲ ਚੇਤੇ ਰੱਖਣੇ ਹੈ, ਮੇਰੇ ਪਰਿਵਾਰ ਨੇ ਮੇਰੇ ਕੰਮ ਚੇਤੇ ਰੱਖਣੇ ਹੈ, ਉਹਨਾਂ ਦੇ ਨਹੀਂ ਚੇਤੇ ਰੱਖਣੇ। ਜਮ ਕਰੋ ਚੰਗੀਆਂ ਗੱਲਾਂ, ਝੰਜੋੜੋ ਇੱਕ ਦੂਜੇ ਨੂੰ, ਪਰ ਦੂਜਿਆਂ ਦੀ ਜ਼ਿੰਦਗੀ ਦੇਖ ਕੇ ਆਪਣੀ ਜ਼ਿੰਦਗੀ ਦਾ ਲੇਖਾ ਜੋਖਾ ਨਾ ਕਰੋ। ਗੁਰੂ ਵੱਲ ਮੂੰਹ ਕਰਕੇ, ਗੁਰੂ ਦੀ ਮੱਤ ਨੂੰ ਕਸਵੱਟੀ ਬਣਾ ਕੇ ਆਪਣੇ ਕਰਮਾਂ ਦਾ, ਆਪਣੇ ਵਿਚਾਰਾਂ ਦਾ, ਆਪਣੇ ਸਵਾਸਾਂ ਦਾ ਲੇਖਾ ਜੋਖਾ ਕਰਨਾ ਸਿੱਖੋ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜੈ। ਬਸ ਇੰਨੀ ਗੱਲ ਮੈਂ ਕਹਿਣੀ ਹੈ। ਆਹੀ ਗੱਲਾਂ ਧਿਆਨ 'ਚ ਰੱਖਣ ਵਾਲੀਆਂ। ਤੁਸੀਂ ਫੈਡਰੇਸ਼ਨ ਦੇ ਮੈਂਬਰ ਕਹਾਉਣ ਵਾਲੇ, ਤੁਹਾਡੇ ਕੈਂਪ ਲੱਗਦੇ ਸੀਗੇ, ਮੈਨੂੰ ਅੱਜ ਵੀ ਯਾਦ ਹੈ। ਸੰਨ 72 ਦੇ ਵਿੱਚ ਮੈਂ ਬੰਬੇ ਤੋਂ ਆਇਆ ਸੀ। ਸਰਦਾਰ ਮਨਜੀਤ ਸਿੰਘ ਕਲਕੱਤਾ, ਉਹ ਕਲਕੱਤੇ ਤੋਂ ਆਏ ਸੀ। ਅੰਮ੍ਰਿਤਸਰ ਅਸੀਂ ਕੈਂਪ ਵਿੱਚ ਇਕੱਠੇ ਹੋਏ। ਉਹ ਪਲ ਜਦੋਂ ਸਾਡੀਆਂ ਗਲਵਕੜੀਆਂ ਗੁਰਬਾਣੀ ਦੇ ਆਧਾਰ ਤੇ ਪੈਂਦੀਆਂ ਸੀ, ਗੁਰੂ ਦੀ ਮੱਤ ਵਾਲੇ ਕਰਮਾਂ ਦੇ ਆਧਾਰ ਤੇ ਪੈਂਦੀਆਂ ਸੀ। ਜਦੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਸੀ, ਵੀਰ ਜੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਕਿੰਨਾ ਕੁ ਜਪਜੀ ਸਾਹਿਬ ਪੜ੍ਹਨ ਲਾਤਾ, ਕਿੰਨਾ ਕੁ ਤੁਸੀਂ ਪੜ੍ਹਨ ਵਾਲੇ ਪਾਸੇ ਲਾਤਾ। ਮੈਨੂੰ ਯਾਦ ਹੈ ਸੰਨ 94 ਦੇ ਵਿੱਚ ਇੰਗਲੈਂਡ ਮਹਾਰਾਣੀ ਐਲਿਜ਼ਾਬੈਥ ਦੇ ਪੈਲੇਸ ਦੇ ਵਿੱਚ ਦੁਨੀਆ ਦੇ 9 ਧਰਮਾਂ ਦੇ ਮੁਖੀਆਂ ਦੇ ਨਾਲ
ਇੰਟਰਫੇਥ ਕਾਨਫਰੰਸਿਸ ਵਿੱਚ ਮੈਂ ਅਕਸਰ 30-35 ਸਾਲ ਹੋ ਗਏ ਮਹਾਰਾਜ ਦੇ ਗੁਰੂ ਦੇ ਸ਼ਬਦ ਦਾ ਸਦਕਾ ਜਾਂਦੇ ਹਾਂ। ਉੱਥੇ ਅਸੀਂ ਬੈਠੇ ਮੇਰੀ ਜ਼ਿੰਦਗੀ ਦੀਆਂ ਮਾਣ ਕਰਨ ਯੋਗ ਯਾਦਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਤੁਹਾਨੂੰ ਝੰਜੋੜਨ ਵਾਸਤੇ ਸਾਂਝੀਆਂ ਕਰ ਰਿਹਾ। ਜਿਊਜ਼ ਜਿਹਨੂੰ ਅਸੀਂ ਯਹੂਦੀ ਆਖਦੇ ਹਾਂ, ਯਹੂਦੀਆਂ ਦੀ ਕੌਮ ਦਾ ਜਿਹੜਾ ਇੱਕ ਸਭ ਤੋਂ ਉੱਪਰਲਾ ਥਿੰਕ ਟੈਂਕ ਜਿਊਸ਼ ਕਾਂਗਰਸ, ਜਿਹਦੇ ਵਿੱਚ ਯਹੂਦੀ ਕੌਮ ਦੇ ਸਾਰੇ ਦਿਮਾਗਦਾਰ ਸਮਝਦਾਰ ਬੰਦੇ ਵੱਖਰੇ ਵੱਖਰੇ ਕਾਰਜ ਖੇਤਰਾਂ ਦੇ ਜਿਹੜੇ ਯਹੂਦੀ ਕੌਮ ਦੀ ਹੋਣੀ ਦੇ ਫੈਸਲੇ ਕਰਦੇ ਆ, ਉਸ ਜਿਊਸ਼ ਕੌਮ ਦਾ ਵਾਈਸ ਪ੍ਰੈਜ਼ੀਡੈਂਟ ਡਾਕਟਰ ਆਰਥਰ ਹੈਟਸਬਰਗ ਅਸੀਂ ਪੈਲਸ ਦੇ ਵਿੱਚ ਬੈਠੇ। ਮਿੱਤਰਤਾ ਮੇਰੀ ਬਹੁਤ ਕਾਫੀ ਸਾਲਾਂ ਤੋਂ ਪਹਿਲਾਂ ਹੋ ਚੁੱਕੀ ਸੀ। ਉਸ ਦਿਨ ਉਹਨੇ ਮੈਨੂੰ ਝੰਜੋੜਿਆ, ਸਿੰਘ ਸਾਹਿਬ ਕੀ ਕਰਦੇ ਹੋ ਤੁਸੀਂ, ਕਿਉਂਕਿ ਸਾਡੇ ਟੈਗ ਲੱਗੇ ਹੁੰਦੇ ਇੱਥੇ ਡੈਜ਼ਿਗਨੇਸ਼ਨ ਦੇ, ਆਪਣੀਆਂ ਪਦਵੀਆਂ ਦੇ। ਅਕਾਲ ਤਖਤ ਸਾਹਿਬ ਦੀ ਸੇਵਾ ਬਖਸ਼ਿਸ਼ ਹੋਈ ਸੀ ਉਦੋਂ। ਮੈਨੂੰ ਉਹਨੇ ਆਖਿਆ ਕਿ ਸਿੰਘ ਸਾਹਿਬ ਕੀ ਕਰਦੇ ਹੋ ਤੁਸੀਂ, ਅਸੀਂ ਵੀ ਮਾਰਸ਼ਲ ਕੌਮ, ਤੁਸੀਂ ਵੀ ਮਾਰਸ਼ਲ ਕੌਮ। 2000 ਸਾਲ ਅਸੀਂ ਸੰਘਰਸ਼ ਕੀਤਾ, ਦੇਸ਼ ਤੇ ਸਾਡੇ ਕੋਲ ਹੈਗਾ ਹੀ ਹੈ। ਅਸੀਂ ਬੇਘਰੇ ਹੋਏ ਹਿਟਲਰ ਨੇ ਸਾਡੇ ਨਾਲ ਅਤ ਦੇ ਜ਼ਾਲਮਾਨਾ ਕੰਮ ਕੀਤੇ। ਯਹੂਦੀ ਕੌਮ ਨੂੰ ਖਤਮ ਕਰਨ ਵਾਸਤੇ, ਨੇਸਤੋ ਨਾਬੂਦ ਕਰਨ ਵਾਸਤੇ ਉਹਨੇ ਕਸਮਾਂ ਖਾਧੀਆਂ ਹੋਈਆਂ ਸੀ। ਸਾਡੇ ਪ੍ਰਤੀ ਇਸ ਸੰਸਾਰ ਦੇ ਵਿੱਚ ਨਫ਼ਰਤ ਫੈਲਾਉਣ ਲਈ ਭੱਦੇ ਤੋਂ ਭੱਦਾ ਲਿਟਰੇਚਰ ਸਾਡੇ ਖਿਲਾਫ ਛਾਪਿਆ, ਪਰ ਅਸੀਂ ਬੈਠ ਕੇ ਫੈਸਲੇ ਕੀਤੇ 3। ਮੈਂ ਕਰਦਾ ਹੁੰਦਾ ਤੁਹਾਡੇ ਨੌਜਵਾਨਾਂ ਨਾਲ ਜਦੋਂ ਕੈਂਪ ਲੱਗਦੇ ਆ, ਮੈਂ ਆਹ ਤੁਹਾਨੂੰ ਕਹਿਣਾ ਵੀ ਤੁਹਾਡੇ ਕਿੱਥੇ ਗਵਾਚ ਗਏ ਕੈਂਪ, ਤੁਹਾਡਾ ਕਿੱਥੇ ਮਿਲ ਬੈਠਣਾ ਗਵਾਚ ਗਿਆ। ਅੱਜ 76ਵਾਂ ਮਨਾ ਕੇ ਤੁਸੀਂ ਫੇਰ ਘਰਾਂ ਨੂੰ ਚਲੇ ਜਾਣਾ। ਗੁਰਮਤ ਟ੍ਰੇਨਿੰਗ ਕੈਂਪ ਕਿੱਥੇ ਗਏ, ਜਿੱਥੋਂ ਤੁਸੀਂ ਜ਼ਿੰਦਗੀ ਦੇ ਹਰ ਕਾਰਜ ਖੇਤਰ ਵਿੱਚ ਇਸ ਫੈਡਰੇਸ਼ਨ ਵਿੱਚੋਂ ਮੁਖੀ ਬਣ ਕੇ ਉੱਠਦੇ ਸੀਗੇ, ਜਿਨ੍ਹਾਂ ਦਾ ਜ਼ਿਕਰ ਸਰ ਸਰਬਜੀਤ ਸਿੰਘ ਨੇ ਕੀਤਾ। ਉਹ ਮੈਨੂੰ ਆਖਦਾ ਹੈ, ਸਿੰਘ ਸਾਹਿਬ ਅਸੀਂ 3 ਫੈਸਲੇ ਕੀਤੇ ਕਿ ਸਾਰੇ ਮਰ ਜਾਈਏ, ਅਸੀਂ 2 ਵੀ ਰਹਿ ਗਏ ਨਾ। ਤੇ ਅੱਜ ਅਸੀਂ ਪ੍ਰਣ ਕਰਦੇ ਹਾਂ ਪੈਰਿਸ ਦੀ ਧਰਤੀ ਤੇ ਬੈਠ ਕੇ, ਦੁਨੀਆ ਦੇ ਸਾਹਮਣੇ ਵਿਚਾਰੇ ਬਣ ਕੇ ਨਹੀਂ ਜੇ ਜਿਉਣਾ। ਸਭ ਕੁਝ ਸਾਡਾ ਤਬਾਹ ਹੋ ਜਾਏ, ਪਰ ਅਸੀਂ ਦੁਨੀਆ ਦੇ ਸਾਹਮਣੇ ਤਰਸ ਦੇ ਪਾਤਰ ਬਣ ਕੇ ਨਹੀਂ ਜਿਉਣਾ। ਮਾਰੇ ਗਏ, ਲੁੱਟੇ ਗਏ, ਸਾਡੇ ਨਾਲ ਜ਼ੁਲਮ ਹੋਇਆ, ਸਾਡਾ ਫਲਾਣਾ, ਬਿਲਕੁਲ ਨਹੀਂ। ਪਹਿਲਾ ਫੈਸਲਾ ਉਹਨਾਂ ਨੇ ਇਹ ਕੀਤਾ ਕਿ ਅਸੀਂ ਸਿਰ ਉੱਚਾ ਚੁੱਕ ਕੇ ਜਿਉਣਾ ਹੈ। ਨਹੀਂ ਦੁਨੀਆ ਨੂੰ ਆਖਣਾ ਕਿ ਸਾਡੇ ਨਾਲ ਜ਼ੁਲਮ ਹੋਇਆ, ਸਾਡੇ ਨਾਲ ਫਲਾਣਾ ਹੋਇਆ, ਹੋ ਗਿਆ। ਅਸੀਂ ਖੁਦ ਆਪਣੇ ਆਪ ਤੇ ਚੱਲ ਕੇ ਆਪਣਾ ਭਵਿੱਖ ਆਪਣੇ ਮਾਲਕ ਦੇ ਨਾਲ ਜੁੜ ਕੇ ਉਤਾਰਾਂਗੇ। ਦੂਜਾ ਫੈਸਲਾ, ਜਿੰਨੇ ਸਾਡੇ ਬੱਚੇ ਬਚ ਗਏ, ਅਸੀਂ ਕਿਸੇ ਨੂੰ ਅਨਪੜ੍ਹ ਨਹੀਂ ਰਹਿਣ ਦੇਣਾ। ਦੁਨੀਆ ਦੇ ਵਿੱਚ ਸਭ ਤੋਂ ਉੱਚੀ ਵਿਦਿਆ ਅਸੀਂ ਆਪਣੇ ਬੱਚਿਆਂ ਨੂੰ ਦਵਾਵਾਂਗੇ। ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ, ਸੜਕਾਂ ਤੇ ਰੋੜੀ ਕੁੱਟਣੀ ਪਵੇ, ਜੋ ਮਰਜ਼ੀ ਕਰਨਾ ਪਵੇ, ਪਰ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਸਿਰ ਉੱਚਾ ਕਰਕੇ ਜਿਉਣ ਲਈ ਚੰਗੀ ਤੋਂ ਚੰਗੀ ਦੁਨੀਆ ਦੀ ਵਿਦਿਆ ਅਸੀਂ ਦਵਾਵਾਂਗੇ। ਤੇ ਤੀਜਾ ਫੈਸਲਾ ਉਹਨਾਂ ਦਾ ਇਹ ਸੀ ਕਿ ਯਹੂਦੀ ਕੌਮ ਦਾ ਇੱਕ ਵੀ ਮੈਂਬਰ ਦੁਨੀਆ ਦੇ ਕਿਸੇ ਵੀ ਕੋਣ 'ਚ, ਜੰਗਲ 'ਚ ਵੀ ਭਾਵੇਂ ਰਹਿੰਦਾ ਹੋਵੇ, ਉਹ ਗਰੀਬ ਨਹੀਂ ਹੋਏਗਾ, ਉਹ ਰੁਲਿਆ ਖੁਲਿਆ ਨਹੀਂ ਹੋਏਗਾ, ਕਿਸੇ ਅੱਗੇ ਐ ਹੱਥ ਅੱਡ ਕੇ ਰੋਟੀ ਨਹੀਂ ਮੰਗੇਗਾ ਕਿ ਮੈਂ ਲੁੱਟਿਆ ਗਿਆ, ਮੈਂ ਗਰੀਬ ਹੋ ਗਿਆ, ਮੈਂ ਫਲਾਣਾ ਹੋ ਗਿਆ। ਔਰ ਉਹ 3 ਫੈਸਲੇ ਸਿੰਘ ਸਾਹਿਬ ਅਸੀਂ ਲਏ, ਔਰ ਉਹ ਫੈਸਲੇ ਅੱਜ ਅਸੀਂ ਸੱਚ ਕੀਤੇ। ਅੱਜ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਕੌਮ ਯਹੂਦੀ ਕੌਮ ਹੈ। ਅਮਰੀਕਾ ਦੀ ਇਕਨੋਮੀ ਸਾਡੀ ਮੁੱਠੀ ਦੇ ਵਿੱਚ ਹੈ। ਸਾਡੇ ਮਰਜ਼ੀ ਤੋਂ ਬਿਨਾਂ ਅਮਰੀਕਾ ਕੋਈ ਫੈਸਲਾ ਨਹੀਂ ਲੈ ਸਕਦਾ। ਦੁਨੀਆ ਦੇ ਵਿੱਚ ਤੁਹਾਡੇ ਨਾਲੋਂ ਛੋਟੀ ਹੈ ਸਾਡੀ ਕੌਮ, ਗਿਣਤੀ 'ਚ ਅਸੀਂ ਤੁਹਾਡੇ ਨਾਲੋਂ ਘੱਟ ਹਾਂ। ਤੁਸੀਂ ਤੇ 2-2.5 ਕਰੋੜ ਆ, ਅਸੀਂ ਤੇ 1.5 ਕਰੋੜ ਦੇ ਲਾਗੇ ਚਾਗੇ ਆ ਸਿਰਫ। ਸਾਡਾ ਕੋਈ ਯਹੂਦੀ ਨਾ ਅਨਪੜ੍ਹ ਹੈ ਨਾ ਗਰੀਬ ਹੈ। ਸਾਡੀ ਆਪਣੀ ਸੈਟੇਲਾਈਟ ਹੈ, ਸਾਡੇ ਆਪਣੇ ਜਿਹੜੇ ਨੇ ਉਹ ਪਾਵਰ ਸੈਂਟਰ ਨੇ।
24 ਘੰਟੇ ਦੇ ਅੰਦਰ ਅੰਦਰ ਸਾਡੇ ਕਿਸੇ ਯਹੂਦੀ ਪਰਿਵਾਰ ਨਾਲ ਅਣਸੁਖਾਵੀ ਘਟਨਾ ਹੋ ਜਾਏ, 24 ਘੰਟੇ ਦੇ ਅੰਦਰ ਅੰਦਰ ਅਸੀਂ ਆਪਣੇ ਉੱਥੇ ਜ਼ੋਨਲ ਸੈਂਟਰ ਦੇ ਜ਼ਰੀਏ ਉਹਨੂੰ ਫਿਰ ਦੁਬਾਰਾ ਸਥਾਪਿਤ ਕਰਕੇ ਮਾਣ ਤਾਣ ਨਾਲ ਜਿਉਣਾ ਸਿਖਾਉਣਾ। ਤੁਸੀਂ ਕੀ ਕਰਦੇ ਪਏ ਹੋ? ਸਾਡੇ ਵਾਂਗ ਮਾਰਸ਼ਲ ਕੌਮ, ਤੁਸੀਂ ਕਿਸ ਚੀਜ਼ ਦਾ ਘਾਟਾ ਤੁਹਾਨੂੰ? ਕਿਉਂ ਨਹੀਂ ਬੈਠ ਕੇ ਸੋਚਦੇ ਤੁਸੀਂ ਆਪਸ ਵਿੱਚ ਹੀ ਸਿਰ ਜੋੜ? ਅਸੀਂ ਵੀ ਲੜਦੇ ਹਾਂ ਸਾਡੇ ਵਿੱਚ ਵੀ ਵੱਖਰੇਵੇਂ ਨੇ, ਸਾਡਿਆਂ ਵਿੱਚ ਵੀ ਬਹੁਤੇ ਸੁਭਾਅ ਸਾਡਿਆਂ ਦੇ ਨਹੀਂ ਮਿਲਦੇ ਨਹੀਂ ਹੁੰਦੇ, ਪਰ ਅਸੀਂ ਤੁਹਾਡੇ ਵਾਂਗ ਦੁਨੀਆ 'ਚ ਤਮਾਸ਼ਾ ਨਹੀਂ ਦਿਖਾਉਂਦੇ। ਅਸੀਂ ਤੁਹਾਡੇ ਵਾਂਗ ਦੁਨੀਆ ਦੇ ਸਾਹਮਣੇ ਪੱਗੋ ਪੱਗੀ ਨਹੀਂ ਹੁੰਦੇ ਕਿ ਤੁਸੀਂ ਸੀਟੀ ਵਜਾਓ ਤੇ ਅਸੀਂ ਤੁਹਾਨੂੰ ਲੜ ਕੇ ਦਿਖਾਉਂਦੇ ਹਾਂ। ਤੇ ਮੈਂ ਇਹ ਗੱਲਾਂ ਤੁਹਾਨੂੰ ਇਸ ਕਰਕੇ ਕਹਿ ਰਿਹਾ, ਇੱਥੇ ਸਟੇਜਾਂ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਫਲਾਣੇ ਨੇ ਉਹ ਕਰਤਾ ਜੀ, ਫਲਾਣੇ ਨੇ ਇਹ ਕਰਤਾ ਜੀ, ਫਲਾਣੇ ਨੇ ਇਹ ਕਰਤਾ, ਮੈਂ ਕੀ ਕੀਤਾ? ਗੁਰੂ ਦੇ ਸਿੱਖ ਦੇ ਨਾਤੇ ਮੈਂ ਕੀ ਕੀਤਾ? ਤੁਰ ਜਾਣਾ ਇਹਨਾਂ ਸਾਰਿਆਂ ਨੇ ਜਿਨ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ। ਉਹਨਾਂ ਦੇ ਮਾੜੇ ਕੰਮਾਂ ਦੀ ਤੇ ਤੁਹਾਨੂੰ ਫਿਕਰ ਹੈ, ਆਪਣੇ ਚੰਗੇ ਕੰਮਾਂ ਦੀ ਫਿਕਰ ਨਹੀਂ ਤੁਹਾਨੂੰ। ਜਦੋਂ ਉਹ ਤੁਰ ਗਏ ਉਸ ਤੋਂ ਬਾਅਦ ਵਾਰਿਸ ਕੌਣ ਹੈ ਤੁਹਾਡੇ ਕੋਲ, ਜਿਹੜਾ ਉਹਨਾਂ ਕਰਤੂਤਾਂ ਨੂੰ ਸਮਝਦਿਆਂ ਬੁੱਝਦਿਆਂ ਉਹਨਾਂ ਤੋਂ ਕਰਤੂਤਾਂ ਤੋਂ ਮਾੜੇ ਕੰਮਾਂ ਤੋਂ ਬਾਜ਼ ਆ ਕੇ ਫਿਰ ਤੌਬਾ ਕਰਕੇ ਚੰਗੇ ਕਰਮਾਂ ਵਾਲੇ ਪਾਸੇ ਤੁਰੇ। ਫੈਡਰੇਸ਼ਨ ਵਿੱਚ ਆ ਹੁੰਦਾ ਸੀ, ਆਹ ਸਬਕ ਸਿਖਾਏ ਜਾਂਦੇ ਸੀ ਤੁਹਾਡੇ ਫੈਡਰੇਸ਼ਨਾਂ ਦੇ ਕੰਮਾਂ ਜਦੋਂ ਤੁਸੀਂ ਅਜੇ ਜੰਮੇ ਵੀ ਨਹੀਂ ਸੀ। ਜਿਨ੍ਹਾਂ ਦੀਆਂ ਗੱਲਾਂ ਸਰਬਜੀਤ ਸਿੰਘ ਨੇ ਕੀਤੀਆਂ ਨੇ ਉਹ ਬੰਦੇ ਸੀਗੇ, ਐਵੇਂ ਨਹੀਂ ਉਹ ਪ੍ਰਾਪਤੀਆਂ ਕਰ ਗਏ। ਜ਼ਿੰਦਗੀ ਦੇ ਹਰ ਕਾਰਜ ਖੇਤਰ ਦੇ ਵਿੱਚ ਤੁਹਾਡੀ ਫੈਡਰੇਸ਼ਨ ਨੇ ਅੱਗੇ ਤੋਂ ਅੱਗੇ ਮੋਢੀ ਬੰਦੇ ਦਿੱਤੇ, ਭਾਵੇਂ ਉਹ ਆਰਥਿਕ ਖੇਤਰ ਸੀ, ਭਾਵੇਂ ਉਹ ਮੈਡੀਕਲ ਖੇਤਰ ਸੀ, ਭਾਵੇਂ ਉਹ ਵਿਦਿਆ ਦਾ ਖੇਤਰ ਸੀ, ਤੇ ਭਾਵੇਂ ਕੋਈ ਵੀ ਕਾਰਜ ਖੇਤਰ ਸੀ। ਤੁਸੀਂ ਕਿੱਥੇ ਹੋ? ਮੇਰੇ ਕਿੰਨੇ ਕੁ ਸਵਾਸ ਨੇ? ਜਿਨ੍ਹਾਂ ਦੀਆਂ ਗੱਲਾਂ ਤੁਸੀਂ ਕੀਤੀਆਂ ਉਹਨਾਂ ਦੇ ਕਿੰਨੇ ਕੁ ਸਵਾਸ ਨੇ? ਬਦਲ ਕੀ ਹੈ ਤੁਹਾਡੇ ਕੋਲ? ਜਿੰਨਾ ਸਮਾਂ ਤੁਸੀਂ ਉਹਨਾਂ ਨੂੰ ਭੰਡਣ ਤੇ ਲਾਉਨੇ ਹੋ, ਉਨਾ ਹੀ ਸਮਾਂ ਉਹਨਾਂ ਦੇ ਵਾਰਿਸ ਬਣਨ ਵਾਸਤੇ ਆਪਣੇ ਆਪ ਨੂੰ ਗੁਰੂ ਦੀ ਮੱਤ ਅਨੁਸਾਰ ਚੰਗੇ ਬਣਾਉਣ ਵਾਲੇ ਪਾਸੇ ਤੁਰ ਪਾਓਗੇ। ਕੁਝ ਵਿਰਾਸਤ ਸੰਭਾਲਣ ਵਾਲੇ ਤੁਹਾਡੇ ਚੋਂ ਪੈਦਾ ਹੋ ਜਾਣਗੇ, ਜਿਹੜੇ ਅੱਗੋਂ ਤੁਹਾਡੀਆਂ ਪੀੜ੍ਹੀਆਂ ਦੇ ਬਾਰੇ ਤੁਹਾਡੇ ਪੀੜ੍ਹੀਆਂ ਜਿਹੜੀਆਂ ਉਹ ਕਰਨਗੀਆਂ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਤੁਹਾਡੇ ਚੋਂ ਨਾਮ ਰਸੀਏ, ਤੁਹਾਡੇ ਚੋਂ ਬਾਣੀ ਦੇ ਅਨੁਸਾਰੀ ਗੁਰਮਤਿ ਅਨੁਸਾਰ ਜਿਉਣ ਵਾਲੇ। ਬੇਟਾ ਜੀ, ਸ਼ਰਤਾਂ ਨਾਲ ਸਿੱਖੀ ਨਹੀਂ ਪਊ। ਗੁਰੂ ਨੇ ਕਿਹਾ ਮੇਰੀ ਗੋਦ ਦਾ ਨਿੱਘ ਮੰਨਣਾ ਹੈ, ਬਸ ਆ ਜਾ। ਉਹਦੀ ਕੋਈ ਵਿਧੀਆਂ ਵੀ ਨਹੀਂ ਹੁੰਦੀਆਂ, ਯਾਦ ਰੱਖੋ। ਉਹਦੇ ਲਈ ਸ਼ਰਤਾਂ ਵੀ ਨਹੀਂ ਹੁੰਦੀਆਂ। ਜਿੱਦਣ ਬੱਚਾ ਜੰਮਦਾ ਨਾ ਮਾਂ ਦੀ ਗੋਦ ਵਿੱਚ, ਮਾਂ ਕਦੀ ਕਿਸੇ ਨੂੰ ਪੁੱਛਦੀ ਨਹੀਂ ਕਿ ਪਹਿਲੀ ਵਾਰੀ ਮੇਰੇ ਬੱਚਾ ਜੰਮਿਆ, ਮੈਨੂੰ ਪਤਾ ਨਹੀਂ ਇਹਨੂੰ ਪਿਆਰ ਕਿਵੇਂ ਕਰਨਾ ਹੈ, ਤੇ ਕੋਈ ਮੈਨੂੰ ਪਿਆਰ ਕਰਨ ਦੀ ਵਿਧੀ ਦੱਸੋ। ਅੰਦਰ ਦਾ ਪਿਆਰ, ਉਹਦੇ ਅੰਦਰ ਦੀ ਮਾਂ ਮਮਤਾ ਉਹਨੂੰ ਮਜਬੂਰ ਕਰ ਦਿੰਦੀ। ਗੁਰੂ ਦਾ ਪਿਆਰ ਆਪਣੇ ਅੰਦਰ ਜਗਾਓ, ਗੁਰੂ ਨਾਲ ਜੁੜਨ ਦੀ ਪਿਆਸ ਪੈਦਾ ਕਰੋ, ਫਿਰ ਦੇਖੋ ਤੁਸੀਂ ਗੁਰੂ ਤੁਹਾਡੇ ਤੇ ਬਖਸ਼ਿਸ਼ਾਂ ਕਿਵੇਂ ਕਰੇਗਾ। ਦੂਜਿਆਂ ਵੱਲ ਦੇਖ ਕੇ ਸਿੱਖੀ ਕਮਾਉਣੀ, ਗੁਰੂ ਵੱਲ ਦੇਖ ਕੇ ਤੇ ਗੁਰੂ ਦੇ ਪਿਆਰਿਆਂ ਵੱਲ ਦੇਖ ਕੇ। ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿਚਾਈ, ਇਹ ਸਿੱਖੀ ਹੈ। ਕੋਈ ਮਿਲੇ ਮੈਨੂੰ ਗੁਰੂ ਨਾਲ ਜੋੜਨ ਵਾਲਾ, ਟੁੱਟਿਆਂ ਵੱਲ ਦੇਖਦੇ ਹੋ ਤੁਸੀਂ? ਨਾ ਬੇਟਾ, ਜੁੜਿਆਂ ਵੱਲ ਦੇਖਣਾ ਸਿੱਖੋ। ਬਹੁਤ ਮਿਲ ਜਾਣਗੇ ਤੁਹਾਨੂੰ ਅੱਜ ਵੀ ਕੌਮ ਦੇ ਅੰਦਰ। ਇਹ ਕਲਗੀਆਂ ਵਾਲੇ ਪਾਤਸ਼ਾਹ ਹਜ਼ੂਰ ਦਾ ਸਰਬੰਸ ਸਦਾਨੀ ਦਾ ਪੰਥ ਹੈ। ਇੰਨਾ ਗਰੀਬ ਨਹੀਂ ਹੋਇਆ ਅਜੇ ਇਹ ਕਿ ਤੁਹਾਨੂੰ ਇਹਦੇ ਵਿੱਚੋਂ ਗੁਰਮੁਖ ਨਾ ਲੱਭ ਸਕਣ, ਨਾਮ ਰਸੀਏ ਨਾ ਲੱਭ ਸਕਣ, ਗੁਰੂ ਗ੍ਰੰਥ ਸਾਹਿਬ ਦੇ ਲਈ ਆਪਣਾ ਤਨ ਮਨ ਕੁਰਬਾਨ ਕਰਨ ਵਾਲੇ ਨਾ ਲੱਭ ਸਕਣ। ਇੰਨਾ ਗਰੀਬ ਨਹੀਂ ਹੋਇਆ ਇਹ ਪੰਥ ਅਜੇ। ਉਹਨਾਂ ਵੱਲ ਝਾਤੀ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜੀਵੰਦੇ ਵਿਛੜੈ ਉਹ ਮੋਇਆ ਨਾ ਜਾਹੀ ਛੋੜ। ਉਹਨਾਂ ਨੂੰ ਲੱਭੋ, ਢੂੰਡ ਸੱਜਣ ਸੰਤ ਪੱਕਿਆਂ। ਬਸ ਜਦੋਂ ਤੁਸੀਂ ਉਹ ਦੇਖੋਗੇ ਨਾ, ਫਿਰ ਤੁਸੀਂ ਕੱਲ ਨਹੀਂ ਉਡੀਕੋਗੇ, ਅੱਜ ਹੀ ਤਰਲੇ ਉੱਠਣਗੇ ਤੁਹਾਡੇ ਅੰਦਰੋਂ। ਇਹ ਤਨ ਵੇਚੀ ਬਹਿ ਕਰੀ ਜੇ ਕੋ ਲਏ ਵਿਕਾ। ਇਹ ਤਨ ਗੁਰੂ ਨੂੰ ਵੇਚਣ ਨੂੰ ਤੁਹਾਡਾ ਫਿਰ ਅੰਦਰਲਾ ਤੜਪੇਗਾ।
ਚੀਕਾਂ ਮਾਰੋਗੇ ਗੁਰੂ ਦੀ ਗੋਦ ਵਿੱਚ ਬੈਠਣ ਲਈ। ਮਾਨੂੰ ਦੀ ਗੋਦ ਸਾਹਿਬ ਕੌਰ ਨਾਲ ਕਦੀ ਰਿਸ਼ਤਾ ਤੇ ਬਣਾ ਕੇ ਦੇਖੋ ਭਾਈ, ਬੇਟਾ ਬਹੁਤ ਆਨੰਦ ਹੈ। ਕਦੀ ਆਨੰਦਪੁਰ ਜਾ ਕੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਯਾਦ ਕਰਿਓ। ਜਪਾ ਸਾਹਿਬ ਆਪਣੇ ਆਪ ਨੂੰ ਤਾਂ ਅਸੀਂ ਪੂਰੀ ਤਰ੍ਹਾਂ ਨਾਲ ਸਮਰਪਿਤ ਕੀਤਾ ਬਸ ਹੋਇਆ ਹੈ, ਉੱਥੇ ਦੂਜਿਆਂ ਵੱਲ ਮਤ ਦੇਖੋ। ਪਰ ਜਦੋਂ ਨਾ ਉਹ ਵੱਖਰਾ ਪੱਖ ਹੈ, ਉਹ ਨਾ ਆਹ ਗੱਲ ਜਿਹੜੀ ਹੈ ਨਾ, ਮੈਂ ਕਹਿੰਦਾ ਬਹੁਤ ਕਾਮੀਆਂ ਹੋਣਗੀਆਂ ਸਾਰਿਆਂ ਨੂੰ। ਮਹਾਰਾਜ ਕਹਿੰਦੇ ਸਾਂਝ ਕਰੀ ਜਾਏ ਗੁਨਾਹ ਤੇਰੀ, ਛੋੜ ਅਵਗਣ ਚਲੀ ਜਾ। ਅਵਗੁਣਾਂ ਨੂੰ ਪਿੱਛੇ ਛੱਡ। ਜੇ ਚਾਹੁੰਦੇ ਹੋ, ਮਹਾਰਾਜ ਕਹਿੰਦੇ ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ, ਸੱਜਣਾ ਨਾਲ ਸਾਂਝ ਪਾਓ, ਉਹਨਾਂ ਨੂੰ ਪਿੱਛੇ ਛੱਡੋ। ਉਹ ਮਨ ਚ ਆਉਂਦੇ ਛਿਕਦੇ, ਪਰ ਗੁਰੂ ਨਾਲ ਸਾਂਝ ਜਿਹੜੀ ਹੈ ਨਾ, ਟੁੱਟਿਆਂ ਵੱਲ ਦੇਖ ਕੇ ਨਹੀਂ, ਜੁੜਿਆਂ ਵੱਲ ਦੇਖ ਕੇ ਸਾਂਝ ਪਾਓ, ਬਖਸ਼ਿਸ਼ਾਂ ਹੋਣਗੀਆਂ। ਦੇਖੋਗੇ ਤੁਸੀਂ, ਜੇ ਉਹਨਾਂ ਕੋਲੋਂ ਉਹ ਚੀਜ਼ ਨਹੀਂ ਹੋ ਸਕੀ ਜਿਹੜੀ ਗੁਰੂ ਨੇ ਉਹਨਾਂ ਕੋਲੋਂ ਮੰਗੀ ਸੀ, ਤੁਸੀਂ ਤਿਆਰ ਹੋ ਜਾਓ, ਬਦਲ ਤਿਆਰ ਕਰੋ ਆਪਣੇ ਆਪ ਨੂੰ। ਉਸ ਵਿਰਾਸਤ ਦਾ ਸਾਹਿਬਜ਼ਾਦਿਆਂ ਦੇ ਪੁੱਤਰ, ਉਹਨਾਂ ਦੇ ਭਰਾ, ਛੋਟੇ ਭਰਾ ਬਣਨ ਦੀ ਲਈ ਆਪਣੇ ਅੰਦਰ ਤੜਪ ਪੈਦਾ ਕਰੋ। ਇਹ ਫੈਡਰੇਸ਼ਨ ਨੇ ਉਹ ਤੜਪ ਪੈਦਾ ਕਰਨ ਵਾਲੇ ਮਰ ਜੀਵੜੇ ਪੈਦਾ ਕੀਤੇ ਸੀ, ਔਰ ਉਹਨਾਂ ਦੀ ਕਮਾਈ ਤੁਸੀਂ ਖਾ ਰਹੇ ਹੋ। ਅੱਜ 76ਵਾਂ ਬੜੀਆਂ ਸੰਸਥਾਵਾਂ ਸਿੱਖਾਂ 'ਚ ਬਣੀਆਂ ਚਲੀਆਂ ਗਈਆਂ, ਪਰ ਜੇ ਤੁਹਾਡੀ ਕਾਇਮ ਹੈ ਤੇ ਉਹਨਾਂ ਦੀ ਕਮਾਈ ਦਾ ਸਦਕਾ, ਜਿਨ੍ਹਾਂ ਦਾ ਜ਼ਿਕਰ ਸਾਹਿਬ ਸਰਬਜੀਤ ਸਿੰਘ ਹੋਰਾਂ ਨੇ ਕੀਤਾ ਸੀ। ਬਸ ਮੈਂ ਇੰਨਾ ਹੀ ਤੁਹਾਡੇ ਨਾਲ ਵਚਨ ਕਰਨਾ, ਬੇਗਾਨਿਆਂ ਵਾਂਗ ਓਪਰਿਆਂ ਵਾਂਗ ਨਾ ਬੈਠਿਆ ਕਰੋ। ਜੇ ਸਾਲ 'ਚ ਇੱਕ ਵਾਰੀ ਤੁਸੀਂ ਆਏ ਹੋ, ਤੁਸੀਂ ਫਤਿਹ ਵੀ ਕਿਉਂ ਨਹੀਂ ਸਾਂਝੀ ਕੀਤੀ? ਤੁਸੀਂ ਕਿਉਂ, ਤੁਹਾਡੇ ਅੰਦਰੋਂ ਉਹ ਜੋਸ਼ ਫੈਡਰੇਸ਼ਨ ਵਾਲਾ ਕਿਉਂ ਨਹੀਂ ਦੇਖਣ ਨੂੰ ਮਿਲਦਾ ਨਾ? ਜੇ ਆਉਣ ਵਾਲੇ ਸਮੇਂ 'ਚ ਕੌਮ ਦੀ ਚੜ੍ਹਦੀ ਕਲਾ ਦੇ ਵਾਰਿਸ ਬਣਨਾ ਹੈ, ਚੰਗਾ ਬਦਲ ਪੈਦਾ ਕਰਨ ਵਾਸਤੇ ਕੈਂਪ ਲਾਉਣੇ ਸ਼ੁਰੂ ਕਰੋ। ਮੈਨੂੰ ਖਬਰਾਂ ਆਉਣ, ਪਤਾ ਨਹੀਂ ਮੇਰੇ ਸਵਾਸ ਕਿੰਨੇ ਕੁ ਬਾਕੀ, ਪਰ ਜਿੰਨੇ ਕੁ ਨੇ ਮੈਂ ਮਾਣ ਕਰ ਸਕਾਂ ਕਿ ਬਦਲ ਪੈਦਾ ਹੋ ਰਿਹਾ ਹੈ। ਮਾੜੀਆਂ ਬਿਰਤੀਆਂ, ਖੁਦਗਰਜ਼ ਬਿਰਤੀਆਂ, ਮੌਕਾ ਪ੍ਰਸਤ ਬਿਰਤੀਆਂ ਵਾਲਿਆਂ ਦਾ ਇਹ ਬਦਲ ਫੈਡਰੇਸ਼ਨ ਦੇ ਰਹੀ ਹੈ। ਜੁੜੋ, ਨਿਤਨੇਮ ਨਾਲ ਜੁੜੋ। ਇੱਥੇ ਤੁਹਾਨੂੰ ਦਾਦੂਵਾਲ ਹੋਰੀ ਵੀ ਗੁਰੂ ਦੇ ਅੰਮ੍ਰਿਤ ਨਾਲ ਜੁੜਨ ਦੇ ਲਈ ਵਾਸਤਾ ਪਾ ਕੇ ਗਏ ਨੇ। ਕਿਹਨੂੰ ਸੁਣਨਾ ਚਾਹੁੰਦੇ ਹੋ ਹੋਰ? ਤੁਸੀਂ ਗੁਰੂ ਦੀ ਮੱਤ ਨਾਲੋਂ, ਗੁਰੂ ਗ੍ਰੰਥ ਸਾਹਿਬ ਨਾਲੋਂ ਉੱਪਰ ਮੱਤ ਦੇਖੋ। ਕੋਈ ਆਗੂ ਨਹੀਂ ਤੁਹਾਡਾ ਗੁਰੂ ਤੋਂ ਬਿਨਾਂ। ਇਸ ਸੰਸਾਰ ਦੇ ਵਿੱਚ ਗੁਰੂ ਤੁਹਾਡਾ ਆਗੂ ਹੈ, ਲੋਕ ਪਰਲੋਕ ਦਾ ਸੁਖ ਦਾਤਾ ਉਹ ਹੈ। ਜਿੱਦਣ ਉਹਦੀ ਗੋਦ ਵਿੱਚ ਬੈਠਣ ਲਈ ਉਹਦੇ ਸਾਹਮਣੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਚਿੰਤਾ ਲਾਹੇ ਹਮਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਦੇ ਤਰਲੇ ਲੈਣੇ ਸ਼ੁਰੂ ਕਰੋਗੇ ਤੇ ਆਖੋਗੇ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਤਾਂ ਮਹਾਰਾਜ ਦੇਖੋ ਕਿਸ ਤਰ੍ਹਾਂ ਬਰਕਤਾਂ ਪਾਉਂਦੇ ਆ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।